फ्रेंड्स हाउ आर यू वेलकम टू योर ਲੈਕਚਰ ਬੇਟਾ ਆਪਾਂ ਸਟਾਰਟ ਕੀਤਾ ਸੀ ਕਲਾਈਮੈਟਿਕ ਫੈਕਟਰਸ। ਉਹਦੇ ਵਿੱਚ ਇੱਕ ਫੈਕਟਰ ਰਹਿ ਗਿਆ ਵਿੰਡ ਕੀ ਆ ਹੁਣ ਜਿਹੜੀ ਏਅਰ ਚੱਲਦੀ ਆ ਜਾਂ ਮੂਵਮੈਂਟ ਆਫ ਏਅਰ ਉਹਨੂੰ ਅਸੀਂ ਕਹਿੰਦੇ ਆ ਵਿੰਡ ਜਿਹੜੀ ਆ ਜਾਂ ਜਿਹੜੀ ਹਵਾ ਚੱਲਦੀ ਆ ਉਹ ਕਈ ਤਰੀਕਿਆਂ ਨਾਲ ਚੱਲਦੀ ਆ। ਜਿੱਦਾਂ ਹੁਣ ਲਾਈਟ ਵਿੰਡ ਹੋ ਗਈ, ਬਰੀਜ਼ ਹੋ ਗਈ, ਤੇਜ਼ ਹਵਾਵਾਂ, ਹਨੇਰੀ, ਚੱਕਰਵਾਤ, ਇਹ ਸਾਰੇ ਫਾਰਮ ਆਫ ਵਿੰਡਸ ਆ। ਲਾਈਟ ਏਅਰ ਆਪਾਂ ਕਿਹਨੂੰ ਕਹਿੰਦੇ ਆ? ਜਿਹੜੀ ਹੁਣ ਸਪੀਡ 'ਤੇ ਹੀ ਡਿਪੈਂਡ ਕਰੂਗੀ ਕਿ ਕਿੱਦਾਂ ਦੀ ਹਵਾ ਚੱਲਦੀ ਆ। ਅੱਜ ਜਿੱਦਾਂ ਬਾਹਰ ਤੁਸੀਂ ਜੇ ਮੌਸਮ ਦੇਖੋ, ਹੌਲੀ ਹਵਾ ਚੱਲ ਰਹੀ ਆ, ਉਹਨੂੰ ਆਪਾਂ ਲਾਈਟ ਏਅਰ ਕਹਿ ਸਕਦੇ ਹਾਂ। ਜਿਹੜੀ ਸਪੀਡ 1.5 ਤੋਂ 4.5 ਕਿਲੋਮੀਟਰ ਪਰ ਆਰ 'ਤੇ ਜਿਹੜੀਆਂ ਹਵਾਵਾਂ ਚੱਲਦੀਆਂ ਉਹਨੂੰ ਆਪਾਂ ਲਾਈਟ ਏਅਰ ਕਹਿ ਸਕਦੇ ਹਾਂ। ਫਿਰ ਬਰੀਜ਼ ਹੈਗੀ ਆ ਜਿਹੜੀ 6 ਤੋਂ 50 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਚੱਲਦੀ ਆ। ਗੇਲ ਜਿਹੜੀ 51 to 102 ਕਿਲੋਮੀਟਰ ਪਰ ਏਅਰ ਨਾਲ ਚੱਲਦੀ ਆ। ਔਰ ਜਿਹੜੀ ਸਟੋਮ ਆ, ਥੋੜ੍ਹੀ ਜਿਹੀ ਤੇਜ਼ ਹਵਾਵਾਂ, ਹਨੇਰੀ ਜਿਹਨੂੰ ਅਸੀਂ ਕਹਿ ਦਿੰਦੇ 103 ਤੋਂ 115 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਚੱਲਦੇ ਆ। ਹਰੀਕੇਨ 115 ਕਿਲੋਮੀਟਰ ਪਰ ਆਰ ਦੀ ਸਪੀਡ ਨਾਲ ਚੱਲਦੇ ਆ। ਸਾਈਕਲੋਨ ਚੱਕਰਵਾਤ ਜਿਹੜੀ ਸਰਕੂਲਰ ਮੂਵਮੈਂਟ ਆਫ ਏਅਰ ਅਸੀਂ ਇਹਨੂੰ ਕਹਿ ਸਕਦੇ ਹਾਂ। ਅਰਾਊਂਡ ਸੈਂਟਰਲ ਲੋ ਪ੍ਰੈਸ਼ਰ, ਇਹਨੂੰ ਅਸੀਂ ਕਹਿੰਦੇ ਹਾਂ ਸਾਈਕਲੋਨ ਚੱਕਰਵਾਤ। ਤੁਸੀਂ ਸਮੁੰਦਰ 'ਚ ਵੀ ਸੁਣਿਆ ਹੋਣਾ ਆ ਕਿ ਜਦੋਂ ਗੋਲ ਹਵਾਵਾਂ ਚੱਲਦੀਆਂ ਅਤੇ ਪਾਣੀ ਦੀਆਂ ਲਹਿਰਾਂ ਵੀ ਫੁੱਟਬਾਲ ਵਾਂਗ ਰੋਲ ਕਰਦੀਆਂ, ਦੈਟ ਇਜ਼ ਸਾਈਕਲੋਨ। ਅਤੇ ਜਿੱਦਾਂ ਆਪਾਂ ਕਈ ਵਾਰ ਪੰਜਾਬੀ 'ਚ ਬਾਂਵਰੋਲਾ ਕਹਿ ਦਿੰਦੇ ਆ, ਹੈ ਨਾ। ਉਹ ਵੀ ਤਾਂ ਸੜਕ 'ਤੇ ਤੁਸੀਂ ਦੇਖਿਆ ਮਿੱਟੀ ਗੋਲ 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 ਘੁੰਮਦੀ, ਇੱਦਾਂ ਪੂਰਾ ਕਲਾਊਡ ਲੰਬਾ ਜਿਹਾ ਬਣ ਜਾਂਦਾ ਆ। ਚਲੋ ਮੇਨ ਤਾਂ ਜਿਹੜਾ ਹੈਗਾ ਆ ਇਫੈਕਟ ਆਫ ਵਿੰਡ ਔਨ ਪਲਾਂਟਸ ਕੀ ਪੈਂਦਾ ਆ। ਹੁਣ ਵਿੰਡ ਜਿਹੜੀ ਆ ਉਹ ਬਹੁਤ ਸਾਰੇ ਫਿਜ਼ੀਕਲ ਅਤੇ ਫਿਜ਼ੀਓਲੋਜੀਕਲ ਇਫੈਕਟਸ ਕਾਜ਼ ਕਰਦੀ ਆ ਪਲਾਂਟਸ 'ਤੇ। ਫੋਰ ਐਗਜ਼ਾਮਪਲ ਫਸਟ ਹੈਗਾ ਡਿਸਪਰਸਲ ਆਫ ਮਾਈਕਰੋ ਆਰਗੈਨਿਜ਼ਮਸ ਐਂਡ ਪੋਲਨ ਗ੍ਰੇਨਸ। ਤਾਂ ਬੇਟਾ ਤੁਸੀਂ ਆਪਣੇ ਛੋਟੀ ਕਲਾਸਿਸ ਤੋਂ ਹੀ ਪੜ੍ਹਦੇ ਆ ਰਹੇ ਹੋ ਕਿ ਜਿੱਦਾਂ ਸੀਡ ਹੋਇਆ ਜਾਂ ਪੋਲਨ ਗ੍ਰੇਨਸ ਹੋਏ ਜਾਂ ਫਿਰ ਮਾਈਕਰੋ ਆਰਗੈਨਿਜ਼ਮਸ ਜਿਹੜੇ ਆ ਉਹ ਵਿੰਡ ਦੀ ਜਾਂ ਏਅਰ ਦੇ ਨਾਲ ਮੂਵ ਕਰਦੇ ਆ। ਕਈ ਪਲਾਂਟਸ ਦੇ ਵਿੱਚ ਤਾਂ ਪੋਲੀਨੇਸ਼ਨ ਥਰੂ ਵਿੰਡ ਹੁੰਦਾ ਆ, ਐਨੀਮੋਕੋਰੀ ਹੁੰਦੀ ਆ, ਹੈ ਨਾ। ਅਤੇ ਦੈਨ ਜਾਂ ਐਨੀਮੋਫਿਲਸ ਪਲਾਂਟਸ ਹੁੰਦੇ ਆ। ਹੁਣ ਅਸੀਂ ਦੋ ਤਰੀਕੇ ਨਾਲ ਇਹਨੂੰ ਕਹਿ ਸਕਦੇ ਹਾਂ ਕਿ ਕਈ ਪਲਾਂਟਸ ਦੇ ਪੋਲੀਨੇਸ਼ਨ ਲਈ ਜਾਂ ਫਿਰ ਸੀਡ ਡਿਸਪਰਸਲ, ਫਰੂਟ ਡਿਸਪਰਸਲ ਲਈ ਵਿੰਡ ਬਹੁਤ ਅੱਛੀ ਆ, ਬਹੁਤ ਜ਼ਰੂਰੀ ਆ। ਦੂਸਰੀ ਤਰਫ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਮਾਈਕਰੋ ਆਰਗੈਨਿਜ਼ਮਸ ਵਗੈਰਾ ਆ, ਕਈ ਵਾਰ ਉਹ ਵਿੰਡ ਦੇ ਨਾਲ ਮੂਵ ਕਰ ਜਾਂਦੇ ਆ ਫਰੋਮ ਵਨ ਪਲੇਸ ਟੂ ਅਨਦਰ। ਉੱਥੇ ਜੇ ਅਸੀਂ ਉਹਨਾਂ ਦੀ ਕੰਟੈਕਟ 'ਚ ਆ ਗਏ ਜਾਂ ਜਿਹੜੇ ਵੀ ਆਰਗੈਨਿਜ਼ਮਸ ਉਹਨਾਂ ਪੈਥੋਜਨਸ ਦੀ ਕੰਟੈਕਟ 'ਚ ਆਉਂਦੇ ਆ, ਉਹਨਾਂ 'ਚ ਡਿਜ਼ੀਜ਼ਸ ਹੋ ਜਾਣੀਆਂ। ਤਾਂ ਦੋਨੋਂ ਇਫੈਕਟ ਆ, ਗੁੱਡ ਵੀ ਆ ਔਰ ਬੈਡ ਵੀ ਆ। ਸੋ ਤੁਸੀਂ ਆਪਣੇ ਹਿਸਾਬ ਨਾਲ ਇਹ ਆਨਸਰ ਲਿਖ ਦੇਣਾ ਆ। ਡਰੋਬੈਕ ਜਿਹੜਾ ਉਹ ਇੱਕ ਅੱਧਾ ਪੁਆਇੰਟ ਹੀ ਲਿਖਣਾ ਆ, ਗੁੱਡ ਪੁਆਇੰਟਸ ਜਿਹੜੇ ਆ ਉਹ ਤੁਸੀਂ ਲਿਖ ਦੇਣੇ ਆ। ਹੁਣ ਵਿੰਡ ਦੇ ਥਰੂ ਮੂਵ ਕਰਨ ਲਈ ਅਡੈਪਟੇਸ਼ਨਸ ਹੋਣੀਆਂ ਚਾਹੀਦੀਆਂ ਪਲਾਂਟਸ ਲਈ, ਹੈ ਨਾ। ਅਡੈਪਟੇਸ਼ਨਸ ਇਹੀ ਆ ਕਿ ਜਿਹੜੇ ਵਿੰਡ ਨਾਲ ਪੋਲੀਨੇਸ਼ਨ ਹੁੰਦੀ ਆ ਜਿਨ੍ਹਾਂ ਦੇ ਵਿੱਚ, ਉਹਨਾਂ ਦੇ ਵਿੱਚ ਜਿਨ੍ਹਾਂ ਨੇ ਰਿਸੀਵ ਕਰਨੇ ਆ ਪੋਲਨ ਗ੍ਰੇਨਸ ਵਗੈਰਾ, ਸਟਿਗਮਾ ਜਿਵੇਂ, ਉਹ ਸਟਿੱਕੀ ਹੋਣਾ ਚਾਹੀਦਾ ਆ ਜਾਂ ਥੋੜ੍ਹਾ ਲੰਬਾ ਹੋਣਾ ਚਾਹੀਦਾ ਆ, ਥੋੜ੍ਹਾ ਐਕਸਪੈਂਡਡ ਹੋਣਾ ਚਾਹੀਦਾ, ਫੈਲਿਆ ਹੋਣਾ ਚਾਹੀਦਾ, ਤਾਂ ਕਿ ਪੋਲਨ ਗ੍ਰੇਨਸ ਆਰਾਮ ਨਾਲ ਉੱਥੇ ਆ ਕੇ ਸਟਿੱਕ ਕਰ ਸਕਣ। ਤਾਂ ਇਹ ਜਿਹੜੇ ਫੈਕਟਰਸ ਆ ਇਹ ਤਾਂ ਚਲੋ ਪੋਲੀਨੇਸ਼ਨ ਨਾਲ ਰਿਲੇਟਡ ਆ। ਫਿਰ ਹੁਣ ਡਿਸਪਰਸਲ ਆਫ ਫਰੂਟਸ ਐਂਡ ਸੀਡਸ ਦੀ ਗੱਲ ਆ ਗਈ। ਤਾਂ ਪਹਿਲਾਂ ਵੀ ਮੈਂ ਦੱਸਿਆ ਕਿ ਵਿੰਡ ਜਿਹੜੀ ਆ ਕੁਛ ਫਰੂਟਸ, ਕੁਛ ਫਲਾਵਰਸ ਦੇ ਸੀਡਸ ਜਿਹੜੇ ਆ ਉਹ ਵਿੰਡ ਦੇ ਨਾਲ ਹੀ ਮੂਵ ਕਰਦੇ ਆ। ਐਨੀਮੋਕੋਰਸ ਆਪਾਂ ਉਹਨਾਂ ਨੂੰ ਕਹਿੰਦੇ ਆ। ਵਿੰਡ ਜਿਹੜੀ ਆ ਹੁਣ ਇਹ ਸੀਡਸ ਜਿਹੜੇ ਲਾਈਟ ਇਨ ਵੇਟ ਹੁੰਦੇ ਆ। ਜੇ ਲਾਈਟ ਇਨ ਵੇਟ ਹੋਣਗੇ ਤਾਂ ਹੀ ਇਹ ਮੂਵ ਕਰ ਸਕਣਗੇ, ਫਲੋ ਕਰ ਸਕਣਗੇ ਜਾਂ ਹਵਾ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਲੌਂਗਰ ਡਿਸਟੈਂਸ ਤੱਕ ਮੂਵ ਕਰਨਗੇ। ਜੇ ਹੈਵੀ ਹੋਏ ਫਿਰ ਤਾਂ ਹਵਾ 'ਚ ਉੜਨਾ ਹੀ ਨਹੀਂ ਹੈਗੇ ਇਹ। ਤਾਂ ਇਹ ਹੋ ਗਈ ਕਿ ਡਿਸਪਰਸਲ ਆਫ ਫਰੂਟ ਸੀਡਸ 'ਚ ਵਿੰਡਸ ਜਿਹੜੀਆਂ ਹੈਲਪ ਕਰਦੀਆਂ ਆ।
ਤੇ ਫਿਰ ਹੈਗਾ ਆ ਡਵਾਰਫਿੰਗ। ਹੁਣ ਕਈ ਵਾਰ ਕੀ ਹੁੰਦਾ ਆ ਕਿ ਵਿੰਡਸ ਹਵਾਵਾਂ ਜੇ ਚੱਲਦੀਆਂ ਹੀ ਰਹਿੰਦੀਆਂ ਆ ਤਾਂ ਪਾਣੀ ਦੇ ਕੰਟੈਂਟਸ ਵਾਟਰ ਜਿਹੜਾ ਆ ਉਹ ਥੋੜ੍ਹਾ ਪੱਤੀਆਂ ਤੋਂ ਜਾਂ ਪਲਾਂਟਸ ਤੋਂ ਸਰਫੇਸ ਤੋਂ ਨਿਕਲਦਾ ਰਹਿੰਦਾ ਆ। ਉਹਦੇ ਨਾਲ ਕੀ ਹੁੰਦਾ ਆ ਕਿ ਜਿਹੜੇ ਸੈਲਸ ਹੁੰਦੇ ਆ ਉਹ ਜ਼ਿਆਦਾ ਐਕਸਪੈਂਡ ਨਹੀਂ ਕਰ ਪਾਉਂਦੇ, ਫੈਲਦੇ ਨਹੀਂ ਜਾਂ ਅੱਛੇ ਤਰੀਕੇ ਨਾਲ ਗਰੋ ਨਹੀਂ ਕਰ ਪਾਉਂਦੇ ਹੈਗੇ, ਉਹਨਾਂ ਦਾ ਸਾਈਜ਼ ਜਿੰਨਾ ਹੋਣਾ ਚਾਹੀਦਾ ਨਹੀਂ ਹੋ ਪਾਉਂਦਾ ਹੈਗਾ। ਤਾਂ ਐਜ਼ ਅ ਰਿਜ਼ਲਟ ਪਲਾਂਟਸ ਜਿਹੜੇ ਆ ਉਹ ਡਵਾਰਫ ਰਹਿ ਜਾਂਦੇ ਆ, ਛੋਟੇ ਰਹਿ ਜਾਂਦੇ ਆ। ਫਿਰ ਜੇ ਅਸੀਂ ਗੱਲ ਕਰੀਏ ਬ੍ਰੇਕਿੰਗ ਆਫ ਬ੍ਰਾਂਚਿਸ ਐਂਡ ਅਪਰੂਟਿੰਗ ਆਫ ਪਲਾਂਟਸ, ਤਾਂ ਬੇਟਾ ਦੇਖੋ ਡਾਇਗਰਾਮ 'ਚ ਕਲੀਅਰ ਕੱਟ ਦਿਖ ਰਿਹਾ ਹੈ ਕਿ ਜਦੋਂ ਬਹੁਤ ਤੇਜ਼ ਹਨੇਰੀ ਚੱਲਦੀ ਆ, ਤੂਫਾਨ ਜਿਹਾ ਆਉਂਦਾ ਆ, ਤਾਂ ਕਈ ਵਾਰ ਕੀ ਹੁੰਦਾ ਪਲਾਂਟਸ ਜਿਹੜੇ ਉਹ ਜੜੋਂ ਚੱਲੀਆਂ ਸੀ ਪਿਛਲੇ ਸਾਲਾਂ 'ਚ ਹਨੇਰੀਆਂ, ਤਾਂ ਪਲਾਂਟਸ ਦਰਖਤ ਜਿਹੜੇ ਆ ਜਾਂ ਛੋਟੇ ਬੁਸ਼ੇਸ ਜਿਹੜੇ ਆ, ਹਲਕੇ ਟਰੀਸ ਆ, ਉਹ ਜੜੋਂ ਹੀ ਉਖੜ ਜਾਂਦੇ ਆ। ਹੁਣ ਜਦੋਂ ਇਹ ਜੜੋਂ ਹੀ ਉਖੜੇ ਤਾਂ ਇਸ ਜਗ੍ਹਾ ਦੀ ਮਿੱਟੀ ਵੀ ਡਿਸਟਰਬਡ ਹੁੰਦੀ ਆ, ਹੈ ਨਾ, ਅਤੇ ਆਲੇ ਦੁਆਲੇ ਜਿਹੜੇ ਹਰਬਸ ਹੁੰਦੇ ਆ ਉਹ ਵੀ ਅਫੈਕਟਡ ਹੁੰਦੇ ਆ। ਸੋ ਇਹ ਜਿਹੜੇ ਹੈਗੇ ਆ ਵਿੰਡ ਦੇ ਅਫੈਕਟਸ ਹੈ ਕਿ ਵਿੰਡ ਇੱਦਾਂ ਅਪਰੂਟ ਕਰ ਦਿੰਦੀ ਆ ਜਾਂ ਜੜੋਂ ਉਖਾੜ ਦਿੰਦੀ ਆ ਪਲਾਂਟਸ ਨੂੰ। ਫਿਰ ਹੈਗਾ ਆ ਡੀਫਾਰਮੇਸ਼ਨ। ਹੁਣ ਡੀਫਾਰਮੇਸ਼ਨ ਦਾ ਮਤਲਬ ਹੁੰਦਾ ਆ ਡਾਇਗਰਾਮ ਐਕਚੁਅਲੀ 'ਚ ਡੀਫਾਰਮੇਸ਼ਨ ਦਾ ਆ ਕਿ ਜਦੋਂ ਹਵਾ ਇੱਕੋ ਹੀ ਪਾਸੇ ਨੂੰ ਚੱਲਦੀ ਹੈ, ਅਤੇ ਇਹ ਸਪੋਜ਼ ਇਸ ਪਾਸੇ ਨੂੰ ਹਵਾ ਚੱਲ ਰਹੀ ਆ, ਤਾਂ ਇਹ ਜਿਹੜਾ ਦਰਖਤ ਆ ਜਿੱਧਰ ਨੂੰ ਤੇਜ਼ ਹਵਾ ਚੱਲੀ ਜਾਣੀ ਆ ਕੰਟੀਨਿਊਸਲੀ ਫॉर ਮੈਨੀ ਡੇਜ਼, ਫॉर ਮੈਨੀ ਲੌਂਗ ਆਰਸ, ਤਾਂ ਉਸ ਪਾਸੇ ਨੂੰ ਦਰਖਤ ਦੀ ਜਿਹੜੀ ਬੈਂਡਿੰਗ ਹੈ ਉਹ ਜ਼ਿਆਦਾ ਹੋ ਜਾਂਦੀ ਆ। ਆਪਣੇ ਮਤਲਬ ਓਰੀਜਨਲ ਪੋਜੀਸ਼ਨ ਨਹੀਂ ਉਹਦੇ ਕੋਲ ਰਹਿੰਦੀ ਆ। ਦੇਖੋ ਜਿਵੇਂ ਇੱਕ ਪਾਸੇ ਨੂੰ ਹੋਏ ਹੋਆ ਦਰਖਤ, ਸੋ ਇੱਦਾਂ ਇਹ ਦਰਖਤ ਜਿਹੜਾ ਆ ਇੱਕ ਪਾਸੇ ਨੂੰ ਜਾਂ ਕੋਈ ਵੀ ਪਲਾਂਟ, ਹਰਬ, ਸ਼ਰਬ ਇੱਕ ਪਾਸੇ ਨੂੰ ਹੋ ਜਾਂਦੇ ਆ। ਇਹਨੂੰ ਉਹਦੀ ਓਰੀਜਨਲ ਸ਼ੇਪ ਜਿਹੜੀ ਉਹ ਵਿਗੜ ਜਾਂਦੀ ਹੈ, ਉਹਨੂੰ ਅਸੀਂ ਕਹਿੰਦੇ ਹਾਂ ਡੀਫਾਰਮੇਸ਼ਨ। ਫਿਰ ਸੈਕਿੰਡ ਅਗਲਾ ਪੁਆਇੰਟ ਜਿਹੜਾ ਹੈਗਾ ਲੌਜਿੰਗ। ਹੁਣ ਲੌਜਿੰਗ ਕੀ ਹੁੰਦਾ ਬੇਟਾ, ਤੁਸੀਂ ਦੇਖਿਆ ਆ ਕਿ ਜਦੋਂ ਹਨੇਰੀਆਂ ਚੱਲਦੀਆਂ ਆ ਜਾਂ ਕਈ ਵਾਰ ਤੇਜ਼ ਬਾਰਿਸ਼ ਨਾਲ ਹਨੇਰੀ ਚੱਲਦੀ ਆ, ਤਾਂ ਫਸਲਾਂ ਸਾਰੀਆਂ ਖੇਤਾਂ 'ਚ ਲੰਮੀਆਂ ਪੈ ਜਾਂਦੀਆਂ ਆ, ਢਹਿ ਜਾਂਦੀਆਂ ਆ, ਉਹਨੂੰ ਅਸੀਂ ਕਹਿੰਦੇ ਹਾਂ ਲੌਜਿੰਗ। ਇਹ ਵੀ ਵਿੰਡ ਦੇ ਕਾਰਨ ਹੀ ਹੁੰਦਾ ਆ। ਹਾਈ ਵਿੰਡ ਦੇ ਕਾਰਨ ਚਲੋ ਹਲਕੀ ਹਵਾ ਜਿਵੇਂ ਅੱਜ ਬਾਹਰ ਚੱਲ ਰਹੀ ਹੈ ਇਹਨੇ ਤਾਂ ਜ਼ਿਆਦਾ ਨਹੀਂ ਫਰਕ ਪਾਉਣਾ ਹੈਗਾ, ਪਰ ਤੇਜ਼ ਹਵਾਵਾਂ ਖਾਸ ਕਰਕੇ ਜਦੋਂ ਫਸਲਾਂ ਪੱਕੀਆਂ ਹੁੰਦੀਆਂ, ਕਿਉਂਕਿ ਉਹਨਾਂ ਦਾ ਵੇਟ ਜ਼ਿਆਦਾ ਹੁੰਦਾ ਆ, ਤਾਂ ਤੇਜ਼ ਹਵਾਵਾਂ 'ਚ ਉਹ ਬਰਦਾਸ਼ਤ ਨਹੀਂ ਕਰ ਪਾਉਂਦੀਆਂ, ਸਹਿਣ ਨਹੀਂ ਕਰ ਪਾਉਂਦੀਆਂ ਉਸ ਵਿੰਡ ਨੂੰ, ਅਤੇ ਢਹਿ ਜਾਂਦੀਆਂ। ਨੈਕਸਟ ਇਜ਼ ਐਬਰੇਸ਼ਨ। ਹੁਣ ਕਈ ਵਾਰ ਕੀ ਹੁੰਦਾ ਆ ਕਿ ਡਸਟ ਪਾਰਟੀਕਲਸ ਹੋਏ, ਸੈਂਡ ਹੋਏ, ਆਈਸ ਜਿਹੜੀਆਂ ਸਟਰੋਂਗ ਵਿੰਡਸ ਨਾਲ ਆਉਂਦੀਆਂ ਆ, ਉਹ ਕਈ ਵਾਰ ਹੁਣ ਕਿਉਂਕਿ ਹਨੇਰੀ ਦੇ ਵਿੱਚ ਮਿੱਟੀ ਹੁੰਦੀ ਆ, ਛੋਟੇ ਛੋਟੇ ਕੰਕਰ ਹੋ ਸਕਦੇ ਆ, ਟਵਿਕਸ ਹੋ ਸਕਦੀਆਂ ਆ, ਉਹ ਜਿਹੜੀਆਂ ਫਰੈਸ਼ ਗਰੋਇੰਗ ਬਰਡਸ ਆ ਜਾਂ ਯੰਗ ਲੀਵਸ ਆ ਜਾਂ ਫਿਰ ਹੋਰ ਡੈਲੀਕੇਟ ਪਾਰਟਸ ਆ ਪਲਾਂਟਸ ਦੇ, ਉਹਨੂੰ ਖ਼ਤਮ ਕਰ ਦਿੰਦੀ ਆ, ਡੈਮੇਜ ਕਰ ਦਿੰਦੀ ਆ। ਇਹਨੂੰ ਆਪਾਂ ਕਹਿੰਦੇ ਆ ਐਬਰੇਸ਼ਨ। ਠੀਕ ਹੈ, ਡੈਮੇਜਿੰਗ ਆਫ ਬਰਡਸ, ਯੰਗ ਲੀਵਸ ਡਿਊ ਟੂ ਵਿੰਡ, ਅਸੀਂ ਉਹਨੂੰ ਕਹਿ ਸਕਦੇ ਹਾਂ ਕਿ ਇਹ ਐਬਰੇਸ਼ਨ। ਦੈਨ ਇਜ਼ ਸੋਇਲ ਇਰੋਜ਼ਨ ਐਂਡ ਡਿਪੋਜੀਸ਼ਨ। ਹੁਣ ਸੋਇਲ ਇਰੋਜ਼ਨ ਬੇਟਾ ਪਹਿਲਾਂ ਹੀ ਮੈਂ ਦੱਸਿਆ ਆ ਕਿ ਜਾਂ ਤਾਂ ਟਰੀ ਦੇ ਅਪ ਰੂਟ ਹੋਣ ਨਾਲ ਸੋਇਲ ਇਰੋਜ਼ਨ ਹੋਏਗਾ, ਜਾਂ ਫਿਰ ਤੇਜ਼ ਹਵਾਵਾਂ ਜਦੋਂ ਕੰਟੀਨਿਊਸ ਚੱਲਦੀਆਂ ਰਹਿੰਦੀਆਂ, ਤੂਫਾਨ ਜਿਹੇ ਚੱਲਦੇ ਰਹਿੰਦੇ ਆ, ਤਾਂ ਇੱਕ ਜਗ੍ਹਾ ਦੀ ਮਿੱਟੀ ਜਿਹੜੀ ਆ ਉਹ ਨਾਲ ਬਹਿ ਜਾਂਦੀ ਆ, ਹਵਾ ਦੇ ਉੜਦੀ ਆ, ਤਾਂ ਜਿਹੜੀ ਜਗ੍ਹਾ ਤੋਂ ਉੜੀ ਉੱਥੇ ਤਾਂ ਰੂਟਸ ਪਲਾਂਟਸ ਜਿਹੜੇ ਆ ਉਹ ਕਮਜ਼ੋਰ ਹੋ ਜਾਂਦੇ ਆ, ਕਿਉਂਕਿ ਨੀਚੇ ਫੜਨ ਵਾਲੀ ਮਿੱਟੀ ਨਹੀਂ ਹੈਗੀ, ਉਹਨਾਂ ਦੇ ਛੇਤੀ ਅਪਰੂਟ ਹੋਣ ਦਾ ਖਤਰਾ ਹੁੰਦਾ ਆ। ਪਰ ਉਹਦੇ ਨਾਲ ਕਈ ਹਰਬਸ, ਟਰੀਜ਼ ਜਾਂ ਸ਼ਰਬਸ ਖ਼ਤਮ ਵੀ ਹੋ ਜਾਂਦੇ ਆ। ਔਰ ਇਹੀ ਇਰੋਡਡ ਸੋਇਲ ਜਦ ਕਿਸੇ ਹੋਰ ਜਗ੍ਹਾ 'ਤੇ ਜਾ ਕੇ ਗਿਰ ਜਾਂਦੀ ਆ, ਬੈਠ ਜਾਂਦੀ ਆ, ਡਿਪੋਜ਼ਿਟ ਹੋ ਜਾਂਦੀ ਆ, ਤਾਂ ਉੱਥੋਂ ਦੀ ਵੈਜੀਟੇਸ਼ਨ ਨੂੰ ਵੀ ਅਫੈਕਟ ਕਰਦੀ ਹੈ, ਕਿਉਂਕਿ ਉੱਥੇ
ਫਰੈਸ਼ਲੀ ਗਰੋਇੰਗ ਪਲਾਂਟਸ ਹਰਬਸ ਵਗੈਰਾ ਤੇ ਮਿੱਟੀ ਪੈ ਜਾਂਦੀ ਆ, ਸਫੋਕੇਸ਼ਨ ਹੁੰਦੀ ਆ, ਪ੍ਰੋਪਰ ਏਰੀਏਸ਼ਨ ਨਹੀਂ ਹੋ ਪਾਉਂਦਾ, ਤਾਂ ਉਹਨਾਂ ਦੀ ਵੀ ਡੈਥ ਹੋਣ ਦਾ ਖਤਰਾ ਆ। ਦੈਨ ਇੱਕ ਕੰਸੈਪਟ ਹੈਗਾ ਸਾਲਟ ਸਪਰੇ। ਇਹ ਜ਼ਿਆਦਾਤਰ ਸਾਲਟ ਹੁਣ ਸਮੁੰਦਰ ਦੇ ਕਿਨਾਰੇ ਹੁੰਦਾ, ਸਮੁੰਦਰੀ ਏਰੀਆਸ 'ਚ ਤਾਂ ਸੀ ਕੋਸਟ 'ਤੇ ਸਾਲਟ ਸਪਰੇ ਹੁੰਦਾ ਆ। ਇਹ ਕਿੱਦਾਂ ਹੁੰਦਾ ਆ, ਜਦੋਂ ਤੇਜ਼ ਹਵਾਵਾਂ ਚੱਲਦੀਆਂ ਆ ਤਾਂ ਉਹਦੇ ਨਾਲ ਕੁਝ ਪਾਣੀ ਦੀਆਂ ਬੂੰਦਾਂ ਸੀ ਸਰਫੇਸ ਤੋਂ ਮੂਵ ਕਰਦੀਆਂ ਆ। ਇਹਨਾਂ ਡ੍ਰੌਪਲੈਟਸ 'ਚ ਸਾਲਟ ਹੁੰਦਾ ਆ ਅਤੇ ਇਹ ਡਿਪੋਜ਼ਿਟਡ ਹੋ ਜਾਂਦੇ ਆ ਓਵਰ ਦਾ ਸਰਫੇਸ ਆਫ ਪਲਾਂਟਸ। ਇਹ ਵਾਲੀਆਂ ਬੂੰਦਾਂ ਜਾ ਕੇ ਜਿਹੜੇ ਕਿ ਕੋਸਟਲ ਰੀਜਨ 'ਚ ਪਲਾਂਟਸ ਕਿਨਾਰੇ 'ਤੇ ਪਲਾਂਟਸ ਗਰੋ ਕਰਦੇ, ਉਹਨਾਂ ਦੇ ਉੱਪਰ ਜੰਮ ਜਾਂਦੀਆਂ ਆ ਡ੍ਰੌਪਲੈਟਸ ਆਫ ਵਾਟਰ। ਹੁਣ ਇਹਨਾਂ 'ਚੋਂ ਪਿਓਰ ਵਾਟਰ ਤਾਂ ਉੜ ਜਾਂਦਾ ਆ ਇਵੈਪੋਰੇਸ਼ਨ ਹੋ ਕੇ, ਥੱਲੇ ਇੱਕ ਪਤਲੀ ਲੇਅਰ ਸਾਲਟ ਦੀ ਬਚ ਜਾਂਦੀ ਹੈ। ਉਹ ਡਿਪੋਜ਼ਿਟਡ ਹੁੰਦੀ ਹੈ, ਚਾਹੇ ਪੱਤੀਆਂ 'ਤੇ ਡਿਪੋਜ਼ਿਟ ਹੋ ਜਾਵੇ, ਬਾਰਕ 'ਤੇ ਡਿਪੋਜ਼ਿਟ ਹੋ ਜਾਵੇ, ਬ੍ਰਾਂਚਿਸ 'ਤੇ। ਅਤੇ ਇਹ ਕੀ ਕਰਦੇ, ਪੱਤੀਆਂ 'ਚ ਸਟੋਮੈਟਾ ਪ੍ਰੈਜ਼ੈਂਟ ਹੁੰਦੇ ਆ, ਤਾਂ ਇਹ ਨਮਕ ਦੀ ਲੇਅਰ ਜਿਹੜੀ ਆ ਸਟੋਮੈਟਾ ਨੂੰ ਬਲੌਕ ਕਰ ਦਿੰਦੀ ਆ ਅਤੇ ਡੈਮੇਜ ਕਰ ਦਿੰਦੀ ਆ ਫੋਲੀਏਜ ਬਾਈ ਕੌਸਿੰਗ ਐਕਸੋਸਮੋਸਿਸ। ਇਹ ਸਪਰੇਇੰਗ ਆਫ ਵਾਟਰ ਡ੍ਰੌਪਲੇਟ ਨੂੰ ਆਪਾਂ ਕਹਿੰਦੇ ਹਾਂ ਸਾਲਟ ਸਪਰੇ। ਫਿਰ ਜੇ ਅਸੀਂ ਗੱਲ ਕਰੀਏ ਟਰਾਂਸਪੀਰੇਸ਼ਨ ਦੀ, ਅਤੇ ਟਰਾਂਸਪੀਰੇਸ਼ਨ ਬੇਟਾ ਇਹ ਫਿਜ਼ੀਓਲੋਜੀਕਲ ਪ੍ਰੋਸੈਸਿਸ ਟੈਰੇਸਟਰੀਅਲ ਪਲਾਂਟਸ ਵਿੰਡ ਦੇ ਨਾਲ ਅਫੈਕਟਡ ਹੁੰਦੇ ਆ। ਫੋਰ ਐਗਜ਼ਾਮਪਲ ਵਿੰਡ ਜਿਹੜੀ ਆ ਹਿਊਮਿਡ ਏਅਰ ਦੀ ਲੇਅਰ ਜਿਹੜੀ ਜਸਟ ਅਬਵ ਦਾ ਲੀਫ ਸਰਫੇਸ ਪ੍ਰੈਜ਼ੈਂਟ ਹੁੰਦੀ ਆ, ਉਹਨੂੰ ਰਿਮੂਵ ਕਰ ਦਿੰਦੀ ਆ ਵਿੰਡ। ਹੁਣ ਪੱਤੀਆਂ ਦੇ ਆਲੇ ਦੁਆਲੇ ਡਰਾਈਨੈਸ ਹੋਣੀ ਸ਼ੁਰੂ ਹੋ ਜਾਂਦੀ ਆ। ਇਹ ਡਰਾਈਨੈਸ ਜਿਹੜੀ ਆ ਇਨਕਰੀਜ਼ ਕਰ ਦਿੰਦੀ ਆ ਰੇਟ ਆਫ ਟਰਾਂਸਪੀਰੇਸ਼ਨ। ਜਦੋਂ ਰੇਟ ਆਫ ਟਰਾਂਸਪੀਰੇਸ਼ਨ ਇਨਕਰੀਜ਼ ਹੋਣਾ ਆ ਤਾਂ ਓਬੀਵੀਅਸ ਪਲਾਂਟਸ ਦੀ ਜਿਹੜੀ ਪੱਤੀਆਂ ਛੇਤੀ ਮੁਰਝਾ ਜਾਣੀਆਂ ਆ, ਡੀਹਾਈਡਰੇਸ਼ਨ ਉੱਥੇ ਹੋ ਜਾਣਾ ਆ, ਨੁਕਸਾਨ ਪਹੁੰਚਣਾ ਆ। ਫਿਰ ਗੁੱਡ ਪੁਆਇੰਟ ਕੀ ਆ ਕਿ ਰੇਨਫਾਲ ਵਿੰਡਸ ਦੇ ਦੁਆਰਾ ਰੇਨਫਾਲ ਆਉਂਦੀ ਆ, ਵਿੰਡਸ ਹੈਲਪ ਕਰਦੀਆਂ ਆ ਰੇਨਫਾਲ ਲਿਆਉਣ ਲਈ, ਕਿ ਵਿੰਡਸ ਜਿਹੜੀਆਂ ਆ ਉਹ ਮੇਨਲੀ ਜਿੱਦਾਂ ਕਲਾਊਡਸ ਫੋਰਮ ਕਰਦੀਆਂ ਆ, ਕਲਾਊਡਸ ਦੇ ਮੂਵਮੈਂਟ 'ਚ ਹੈਲਪ ਕਰਦੇ ਆ। ਇੱਕ ਜਗ੍ਹਾ ਕਲਾਊਡਸ ਇਕੱਠੇ ਹੁੰਦੇ ਆ ਥਰੂ ਆਊਟ ਦਾ ਵਰਲਡ ਅਤੇ ਫਿਰ ਰੇਨ ਹੁੰਦੀ ਆ। ਅਲੱਗ ਜਿੱਥੇ ਵੀ ਕਲਾਊਡਸ ਇਕੱਠੇ ਹੋਣਗੇ ਉੱਥੇ ਰੇਨਫਾਲ ਹੋਏਗੀ। ਦੈਨ ਮੇਜਰਮੈਂਟ ਆਫ ਵਿੰਡ ਵੈਲੋਸਿਟੀ। ਹੁਣ ਇਹਨੂੰ ਆਪਾਂ ਕਿੱਦਾਂ ਵਿੰਡ ਵੈਲੋਸਿਟੀ ਨੂੰ ਮੇਜਰ ਕਰਦੇ ਹਾਂ, ਵਿਦ ਦਾ ਹੈਲਪ ਆਫ ਐਨੀਮੋਮੀਟਰ। ਐਨੀਮੋਮੀਟਰ ਇੱਕ ਇੰਸਟਰੂਮੈਂਟ ਆ, ਇਹਦੇ ਵਿੱਚ ਕੀ ਹੁੰਦਾ, 4 ਕੱਪਸ ਲੱਗੇ ਹੁੰਦੇ ਆ। ਇਸ ਤਰ੍ਹਾਂ ਨਾਲ 4 ਕੱਪ ਲਾਈਕ ਸਟਰਕਚਰਸ ਜਿਹੜੇ ਆ ਉਹ ਲੱਗੇ ਹੁੰਦੇ ਆ ਐਨੀਮੋਮੀਟਰ ਦੇ ਵਿੱਚ। ਥੱਲੇ ਇੱਕ ਮੀਟਰ ਹੋਏਗਾ, ਪੁਆਇੰਟਰ ਹੋਏਗਾ। 4 ਕੱਪਸ ਜਿਹੜੇ ਆ ਉਹ ਇੱਕ ਡੰਡੇ 'ਤੇ ਪਾਈਵਟ 'ਤੇ ਲੱਗੇ ਹੁੰਦੇ ਆ। ਕੱਪਸ ਔਨ ਜਿਹੜੇ ਮਾਊਂਟਡ ਹੁੰਦੇ ਆ ਪਾਈਵਟ 'ਤੇ। ਆਹ ਦੇਖੋ ਐਨੀਮੋਮੀਟਰ ਦਾ ਸਟਰਕਚਰ ਆ, ਆਹ 4 ਕੱਪਸ ਲੱਗੇ ਹੋਏ ਆ ਅਤੇ ਥੱਲੇ ਆ ਮੀਟਰ ਆ, ਇਹਨੂੰ ਹੁਣ ਸਟੈਬਲਾਈਜ਼ਰ ਕਹਿ ਲਓ ਨਾ। ਇਹਦੇ ਵਿੱਚ ਇਸ ਤਰ੍ਹਾਂ ਇੱਕ ਪੁਆਇੰਟਰ ਹੋਏਗਾ, ਇਹ ਪੁਆਇੰਟਰ ਆਹ ਯੂਨਿਟਸ ਲਿਖੀਆਂ ਹੋਈਆਂ ਦੇਖੋ, ਕਿਲੋਮੀਟਰ ਪਰ ਆਰ ਅਤੇ ਇਹ ਪੁਆਇੰਟਰ ਹਵਾ ਦੀ ਡਾਇਰੈਕਸ਼ਨ ਨਾਲ ਜਿੱਦਾਂ ਘੁੰਮਣੇ ਆ, ਪੁਆਇੰਟਰ ਵੀ ਮੂਵ ਕਰੇ ਜਾਣਾ, ਅਤੇ ਜਿੱਥੇ ਪੁਆਇੰਟਰ ਰੁਕ ਗਿਆ ਉਹ ਕੀ ਹੋਏਗਾ, ਉਨੀ ਸਪੀਡ ਨਾਲ ਹਵਾ ਜਿਹੜੀ ਆ ਉਹ ਚੱਲ ਰਹੀ ਆ, ਤਾਂ ਆਪਾਂ ਨਾਪ ਸਕਦੇ ਹਾਂ। ਇਹਦੇ ਵਿੱਚ ਹੁਣ ਆਹ ਦੇਖੋ ਬੇਟਾ, ਆ ਹੈਗਾ ਆ ਥੱਲੇ ਕੁਝ ਕੁਐਸਚਨ ਦਿੱਤੇ ਹੋਏ ਆ, ਇਹ ਦੇਖ ਲਿਓ। ਵੈਸੇ ਤਾਂ ਤੁਹਾਨੂੰ ਪਤਾ ਹੀ ਆ, ਹੁਣ ਫਾਈਨਲ 'ਚ ਹੋ ਗਏ ਆ ਤੁਸੀਂ। ਇਹ ਲਾਸਟ ਟੌਪਿਕ ਸੀਗਾ। ਹੁਣ ਆਪਾਂ ਇਸ ਤੋਂ ਬਾਅਦ ਨੈਕਸਟ ਚੈਪਟਰ ਦੇ ਸਟਾਰਟ ਕਰਦੇ ਹਾਂ। 1-1.5 ਹਫ਼ਤੇ 'ਚ ਆਪਾਂ ਇਕੋਲੋਜੀ ਖ਼ਤਮ ਕਰਨ ਦੀ ਗੱਲ ਕਰਾਂਗੇ, ਫਿਰ ਫਿਜ਼ੀਓਲੋਜੀ ਵਾਲੀ ਬੁੱਕ ਸਟਾਰਟ ਕਰਾਂਗੇ। ਟਿਲ ਦੈਨ ਗੁੱਡ ਬਾਏ ਬੇਟਾ।